ਮਾਂ-ਬਾਪ ਹਮੇਸ਼ਾ ਹੀ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਤ ਰਹਿੰਦੇ ਨੇ ਅਤੇ ਸਾਰੀ ਉਮਰ ਲਗਾ ਦਿੰਦੇ ਨੇ ਬੱਚਿਆਂ ਦਾ ਭਵਿੱਖ ਬਣਾਉਣ ਲਈ। ਪਰ ਕਈ ਬੱਚੇ ਐਸੇ ਹੁੰਦੇ ਨੇ ਜੋ ਆਪਣੇ ਮਾਂ-ਬਾਪ ਦਾ ਭਵਿੱਖ ਬਣਾਉਂਦੇ ਨੇ। ਅਜਿਹੀ ਇੱਕ ਬੱਚੀ ਬਟਾਲਾ ਦੀ ਗੁਰਵਿੰਦਰ ਕੌਰ, ਜਿਸ ਦੀ ਉਮਰ ਮਹਿਜ਼ 18 ਸਾਲ ਹੈ ਅਤੇ 12ਵੀਂ ਜਮਾਤ ਵਿੱਚ ਪੜ੍ਹਦੀ ਹੈ, ਜਿਸ ਦੇ ਇੰਜੀਨੀਅਰ ਪਿਤਾ ਦੀ ਕੋਵਿਡ ਕਰਕੇ ਨੌਕਰੀ ਚਲੀ ਗਈ ਸੀ। ਪਰ ਗੁਰਵਿੰਦਰ ਨੇ ਆਪਣੇ ਪਿਤਾ ਨੂੰ ਸਲਾਹ ਦਿੱਤੀ ਤੇ ਘਰੇਲੂ ਰਸੋਈ ਸ਼ੁਰੂ ਕਰ ਦਿੱਤੀ। ਇਸ ਰਸੋਈ ਵਿੱਚ ਚਨੇ ਭਟੂਰੇ ਬਣਾ ਕੇ ਹੋਮ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। ਗੁਰਵਿੰਦਰ ਸੋਸ਼ਲ ਮੀਡੀਆ ਦੇਖਦੀ ਹੈ ਤੇ ਸੋਸ਼ਲ ਮੀਡੀਆ ਉੱਤੇ ਆਰਡਰ ਲੈਂਦੀ ਹੈ। ਗੁਰਵਿੰਦਰ ਦੀ ਮਾਤਾ ਖਾਣਾ ਬਣਾ ਕੇ ਦਿੰਦੀ ਹੈ ਅਤੇ ਗੁਰਵਿੰਦਰ ਦੇ ਪਿਤਾ ਹੋਮ ਡਿਲੀਵਰੀ ਕਰਦੇ ਨੇ। ਜੇਕਰ ਵੇਖਿਆ ਜਾਵੇ ਤਾਂ ਕੁਦਰਤ ਦੀ ਮਾਰ ਪੈਣ ਨਾਲ ਕਈ ਲੋਕ ਹੌਸਲਾ ਢਹਿ-ਢੇਰੀ ਕਰ ਬੈਠ ਜਾਂਦੇ ਨੇ, ਪਰ ਇਸ ਪਰਿਵਾਰ ਨੇ ਅਜਿਹਾ ਨਾ ਕਰਕੇ ਆਪਣੇ ਹੌਸਲੇ ਬੁਲੰਦ ਰੱਖੇ। ਭਾਵੇਂ ਛੋਟਾ ਹੀ ਕੰਮ ਕਿਉਂ ਨਹੀਂ, ਪਰ ਇਹਨਾਂ ਨੇ ਆਪਣੀ ਰੋਜੀ ਰੋਟੀ ਦਾ ਜ਼ਰੀਆ ਲੱਭ ਹੀ ਲਿਆ ਤੇ ਹੁਣ ਇਹ ਪਰਿਵਾਰ ਬੱਲੇ ਬੱਲੇ ਫੂਡ ਦੇ ਨਾਮ ਤੇ ਲੋਕਾਂ ਨੂੰ ਚਨੇ ਭਟੂਰੇ ਦੀ ਡਿਲੀਵਰੀ ਕਰਦਾ ਹੈ। ਇਸ ਮੌਕੇ ਬੇਟੀ ਨੇ ਦੱਸਿਆ ਕਿ ਮੇਰੇ ਪਿਤਾ ਗੁੜਗਾਉਂ ਵਿੱਚ ਇੰਜੀਨੀਅਰ ਦੀ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੇ ਸਨ। ਕੋਵਿਡ ਕਰਕੇ ਉਸਦੇ ਪਿਤਾ ਦੀ ਨੌਕਰੀ ਚਲੀ ਗਈ। ਜਦੋਂ ਉਸਦੇ ਪਿਤਾ ਘਰ ਵਾਪਸ ਆਏ ਤਾਂ ਬਿਲਕੁਲ ਕੋਈ ਕੰਮ ਨਹੀਂ ਸੀ ਅਤੇ ਘਰ ਚਲਾਉਣਾ ਮੁਸ਼ਕਿਲ ਹੋ ਗਿਆ ਸੀ। ਉਸ ਵਕਤ ਉਸ ਨੂੰ ਆਈਡੀਆ ਆਇਆ ਕਿ ਕਿਉਂ ਨਾ ਅਸੀਂ ਘਰੇਲੂ ਰਸੋਈ ਸ਼ੁਰੂ ਕਰੀਏ ਅਤੇ ਮੇਰੇ ਮਾਤਾ ਜੀ ਚਨੇ ਭਟੂਰੇ ਬਹੁਤ ਸਵਾਦ ਬਣਾਉਂਦੇ ਨੇ ਤੇ ਅਸੀਂ ਹੁਣ ਚਨੇ ਭਟੂਰੇ ਬਣਾ ਕੇ ਡਿਲੀਵਰੀ ਕਰਦੇ ਹਾਂ। ਮੈਂ ਸੋਸ਼ਲ ਮੀਡੀਆ ਤੇ ਆਪਣੀ ਰਸੋਈ ਦਾ ਪੇਜ ਬਣਾਇਆ ਹੈ, ਬੱਲੇ ਬੱਲੇ ਫੂਡ। ਮੈਂ ਆਰਡਰ ਲੈਂਦੀ ਹਾਂ ਤੇ ਮੇਰੇ ਮਾਤਾ ਖਾਣਾ ਬਣਾਉਂਦੇ ਨੇ ਤੇ ਮੇਰੇ ਪਿਤਾ ਹੋਮ ਡਿਲੀਵਰੀ ਕਰਦੇ ਨੇ। ਆਉਣ ਵਾਲੇ ਦਿਨ ਵਿੱਚ ਅਸੀਂ ਹੋਰ ਵੀ ਸਮਾਨ ਬਣਾਵਾਂਗੇ ਅਤੇ ਅੱਗੇ ਦੇਵਾਂਗੇ। ਪਾਪਾ ਦਿੱਲੀ ਜੌਬ ਕਰਦੇ ਸੀ, ਪਰ ਕਰੋਨਾ ਕਰਕੇ ਪਾਪਾ ਦੀ ਜੌਬ ਚਲੀ ਗਈ ਤੇ 3-4 ਮਹੀਨੇ ਘਰੇ ਰਹੇ ਹੀ ਪਾਪਾ, ਤੇ ਕੁਛ ਵੀ ਬਹੁਤ ਮੰਦੀ ਹੋ ਗਈ ਸੀ ਘਰੇ। ਤੇ ਮੈਂ ਸੋਚਿਆ ਕਿ ਆਪਣੀ ਫੈਮਿਲੀ ਲਈ ਕੁਛ ਕੀਤਾ ਜਾਵੇ। ਪੇਰੈਂਟਸ ਸਾਡੇ ਲਈ ਕਿੰਨਾ ਕਰਦੇ, ਪੇਰੈਂਟਸ ਲਈ ਕੁਛ ਕੀਤਾ ਜਾਵੇ। ਤੇ ਮੈਂ ਸੋਚਿਆ, ਮੇਰੇ ਦਿਮਾਗ 'ਚ ਆਇਆ ਕਿ ਆਪਾਂ ਛੋਲੇ ਭਟੂਰੇ ਦਾ ਕੌਨਸੈਪਟ ਲੈ ਕੇ ਆਉਂਦੇ ਹਾਂ। ਤੇ ਮੈਂ ਮੰਮਾ ਨੂੰ ਕਿਹਾ, ਮੰਮਾ ਤੁਸੀਂ ਛੋਲੇ ਭਟੂਰੇ ਬਣਾਓ, ਪਾਪਾ ਡਿਲੀਵਰ ਕਰ ਆਉਣਗੇ। ਪਰ ਲੋਕਾਂ ਤੱਕ ਪਹੁੰਚਣ ਲਈ ਮੈਨੂੰ ਇੱਕ ਜ਼ਰੀਆ ਚਾਹੀਦਾ ਸੀ, ਜੋ ਕਿ ਮੈਂ ਸੋਸ਼ਲ ਮੀਡੀਆ ਨੂੰ ਫੜਿਆ। ਮੈਂ ਫੇਸਬੁੱਕ ਤੇ ਇੰਸਟਾ 'ਤੇ ਵੱਖਰੇ ਵੱਖਰੇ ਪੇਜ ਬਣਾਏ ਬੱਲੇ ਬੱਲੇ ਫੂਡ ਕਰਕੇ, ਤੇ ਲੋਕਾਂ ਨੂੰ ਬਹੁਤ ਵਧੀਆ ਲੱਗਣ ਲੱਗ ਪਿਆ। ਮੈਂ ਕ੍ਰੀਏਟਿਵ ਪੋਸਟ ਪਾਈਆਂ, ਲੋਕਾਂ ਨੂੰ ਪਸੰਦ ਆਈਆਂ ਤੇ ਲੋਕ ਆਰਡਰ ਕਰਦੇ ਆ, ਕਿਉਂਕਿ ਸਾਡਾ ਫਰੈਸ਼, ਹਾਈਜੀਨਿਕ ਤੇ ਟੇਸਟੀ ਫੂਡ ਬਣਦਾ ਹੈ। ਤੇ ਲੋਕਾਂ ਨੇ ਰਿਸਪੌਂਸ ਦਿੱਤਾ, ਬਹੁਤ ਵਧੀਆ ਹੈ। ਤੇ ਲੋਕ ਸਾਨੂੰ ਕੰਟੈਕਟ ਕਰਦੇ ਨੇ, ਲੋਕ ਕਹਿੰਦੇ ਨੇ ਕਿ ਸਾਨੂੰ ਇਸ ਲੋਕੇਸ਼ਨ 'ਤੇ ਭੇਜ ਦਿਓ। ਆਪਾਂ ਐਗਜ਼ੈਕਟ ਲੋਕੇਸ਼ਨ ਮੰਗ ਲੈਂਦੇ ਹਾਂ ਤੇ ਉਸ ਲੋਕੇਸ਼ਨ 'ਤੇ ਡਿਲੀਵਰ ਕਰ ਆਉਂਦੇ ਹਾਂ। ਇਸ ਵਕਤ ਤੁਹਾਡਾ ਸੁਪਨਾ ਕੀ ਹੈ? ਹਾਲੇ ਤਾਂ ਮੈਂ ਬੱਲੇ ਬੱਲੇ ਫੂਡ 'ਤੇ ਹੀ ਕੌਨਸੈਂਟਰੇਟ ਕਰਾਂਗੀ। ਪੂਰਾ ਫੋਕਸ ਮੇਰੇ ਬੱਲੇ ਬੱਲੇ ਫੂਡ 'ਤੇ ਹੀ ਹੋਏਗਾ। ਮੇਰਾ ਸੁਪਨਾ ਹੈ ਕਿ ਮੇਰਾ ਫਿਊਚਰ 'ਚ ਇੱਕ ਰੈਸਟੋਰੈਂਟ ਹੋਏ ਬੱਲੇ ਬੱਲੇ ਫੂਡ ਕਰਕੇ। ਇਸ ਮੌਕੇ ਲੜਕੀ ਦੇ ਪਿਤਾ ਨੇ ਦੱਸਿਆ ਕਿ ਮੈਂ ਦਿੱਲੀ ਵਿੱਚ ਇੰਜੀਨੀਅਰ ਲੈਵਲ ਦੀ ਨੌਕਰੀ ਕਰਦਾ ਸੀ, ਪਰ ਕੋਵਿਡ ਕਰਕੇ ਉਸ ਦੀ ਨੌਕਰੀ ਚਲੀ ਗਈ ਅਤੇ ਉਸ ਦੀ ਬੇਟੀ ਨੇ ਉਸ ਨੂੰ ਰਸਤਾ ਦਿਖਾਇਆ ਕਿ ਮੈਂ ਕੰਮ ਸ਼ੁਰੂ ਕੀਤਾ, ਜਿਸ ਦਾ ਚੰਗਾ ਰਿਸਪੌਂਸ ਮਿਲ ਰਿਹਾ ਹੈ। ਜਿਸ ਕੋਵਿਡ ਨੇ ਮੇਰੀ ਨੌਕਰੀ ਖੋਈ ਸੀ, ਉਸ ਕੋਵਿਡ ਕਰਕੇ ਮੈਨੂੰ ਘਰ ਵਿੱਚ ਹੀ ਕੰਮ ਮਿਲ ਗਿਆ। ਮੈਂ ਧੰਨਵਾਦ ਕਰਦਾ ਆਪਣੀ ਬੇਟੀ ਦਾ, ਜੋ ਮੇਰਾ ਸਾਥ ਦੇ ਰਹੀ ਹੈ। ਹੁਣ ਲੋਕਡਾਊਨ ਖੁੱਲ੍ਹ ਵੀ ਜਾਵੇਗਾ, ਪਰ ਨੌਕਰੀ ਨਹੀਂ ਕਰਨੀ। ਇੱਥੇ ਹੀ ਇਸ ਕਾਰੋਬਾਰ ਨੂੰ ਵਧਾਵਾਂਗੇ ਅਤੇ ਉਹ ਕਰੋਨਾ ਦੇ ਮਰੀਜ਼ਾਂ ਨੂੰ ਵੀ ਖਾਣਾ ਦੇ ਕੇ ਆਉਂਦੇ ਨੇ। ਮੈਂ ਗੁੜਗਾਉਂ ਜੋਬ ਕਰਦਾ ਸੀ, ਬੈਸਟ ਇੰਟੀਰੀਅਰ ਕੰਪਨੀ 'ਚ ਪ੍ਰੋਜੈਕਟ ਹੈਡ ਦੀ ਪੋਸਟ 'ਤੇ। ਸਾਡੀ ਕੰਪਨੀ ਕਮਰਸ਼ੀਅਲ ਆਫਿਸ ਬਣਾਉਂਦੀ ਸੀ। ਕਰੋਨਾ ਕਰਕੇ ਕਮਰਸ਼ੀਅਲ ਆਪਣਾ ਵਰਕ ਫਰੋਮ ਹੋਮ ਹੋ ਗਿਆ ਅਤੇ ਆਫਿਸ ਬਣਨੇ ਬੰਦ ਹੋ ਗਏ ਅਤੇ ਸਾਡੀ ਕੰਪਨੀ ਜਿਹੜੀ ਆ ਉਹ ਬੰਦ ਹੋ ਗਈ। ਅਤੇ ਕੰਪਨੀ ਨੇ ਮੈਨੂੰ ਜਵਾਬ ਦੇ ਦਿੱਤਾ। ਫਿਰ ਮੈਂ ਇੱਧਰ ਆਪਣੇ ਹੋਮ ਟਾਊਨ ਬਟਾਲੇ ਆਇਆ ਅਤੇ ਇੱਥੇ ਆ ਕੇ ਮੈਂ ਸੋਚਿਆ ਮੈਂ ਇੱਥੇ ਕੁਛ ਕਰਦਾ। ਅਜੇ ਅਸੀਂ ਸੋਚ ਹੀ ਰਹੇ ਕਿ ਇੱਥੇ ਵੀ ਲੋਕਡਾਊਨ ਲੱਗ ਗਿਆ। ਸਾਡੇ ਕੁਛ ਵੀ ਨਜ਼ਰ ਨਹੀਂ ਆ ਰਿਹਾ ਸੀ ਵੀ ਹੁਣ ਮੈਂ ਕੀ ਕਰਾਂਗਾ, ਕਿਹਦੇ ਵੱਲ ਜਾਵਾਂਗਾ। ਕੋਈ ਇਨਕਮ ਸੋਰਸ ਨਹੀਂ, ਕੁਛ ਨਹੀਂ ਸੀ। ਅਤੇ ਇਹਨਾਂ ਚਿਰ 'ਚ ਮੇਰੀ ਬੇਟੀ ਨੇ ਮੈਨੂੰ ਹਿੰਮਤ ਦਿੱਤੀ, ਕਹਿੰਦੀ ਪਾਪਾ ਤੁਸੀਂ ਹਿੰਮਤ ਨਾ ਹਾਰੋ, ਮੈਂ ਤੁਹਾਡੇ ਨਾਲ ਹੈਗੀ ਹਾਂ। ਅਤੇ ਅਸੀਂ ਮੰਮਾ ਸਾਡੇ ਬੜੇ ਅੱਛੇ ਛੋਲੇ ਭਟੂਰੇ ਬਣਾਉਂਦੇ ਆ। ਅਸੀਂ ਫੇਸਬੁੱਕ 'ਤੇ ਛੋਲੇ ਭਟੂਰੇ ਪਾਉਂਦੇ ਹਾਂ ਅਤੇ ਉਹ ਅਸੀਂ ਸੇਲ ਕਰਦੇ ਹਾਂ। ਅਤੇ ਉਹ ਬੇਟੀ ਨੇ ਮੇਰੀ ਨੇ ਇੱਕ ਫੇਸਬੁੱਕ 'ਤੇ ਪੇਜ ਬਣਾਇਆ ਬੱਲੇ ਬੱਲੇ ਫੂਡ, ਅਤੇ ਉਹਦੇ 'ਤੇ ਦਿੱਲੀ ਦੇ ਪਹਾੜਗੰਜ ਦੇ ਮਸ਼ਹੂਰ ਛੋਲੇ ਭਟੂਰੇ ਦੇ ਨਾਂ 'ਤੇ ਪੋਸਟ ਪਾਉਣੀ ਸ਼ੁਰੂ ਕੀਤੀ। ਅਤੇ ਪਹਿਲੇ ਦਿਨ ਤੋਂ ਹੀ ਸਾਨੂੰ ਬੜਾ ਅੱਛਾ ਰਿਸਪੌਂਸ ਮਿਲਿਆ ਉਸ ਚੀਜ਼ ਦਾ। ਪਹਿਲੇ ਦਿਨ ਤੋਂ ਹੀ ਸਾਡੇ ਕੋਲ ਆਰਡਰ ਆਉਣੇ ਸ਼ੁਰੂ ਹੋਏ। ਅਤੇ ਸਾਰਾ ਕੁਝ ਜੋ ਵੀ ਹੈ ਸੋਸ਼ਲ ਮੀਡੀਆ ਦਾ ਮੇਰੀ ਬੇਟੀ ਕਰ ਰਹੀ ਹੈ, ਅਤੇ ਉਹਨੇ ਹੀ ਸਾਰਾ ਮੇਨ ਆਈਡੀਆ ਉਹਦਾ ਹੀ ਸੀ।
ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਜ਼ ਟੀਵੀ, ਆਸਟ੍ਰੇਲੀਆ।